हेलो एवरीवन, वेलकम टू द चैनल स्टडी विद मी। सो ਅੱਜ ਆਪਾਂ ਗੱਲ ਕਰਾਂਗੇ ਕਨਸੈਪਟ ਆਫ ਸਪੀਸ਼ੀਜ਼ ਬਾਰੇ। ਸਪੀਸ਼ੀਜ਼ ਦੀ ਗੱਲ ਕਰਾਂਗੇ, ਟੈਕਸੋਨੋਮੀ ਕੀ ਹੁੰਦੀ ਹੈਗੀ ਹੈ, ਨੋਮਨਕਲੇਚਰ ਕੀ ਹੁੰਦਾ ਹੈ। ਇਹ ਜ਼ੂਲॉजी ਔਰ ਬੋਟਨੀ ਦੋਨੋਂ ਦਾ ਹਿੱਸਾ ਆ। ਸੋ ਆਪਾਂ ਇਕੱਠੇ ਕਰਦੇ ਹਾਂ, ਮਤਲਬ ਇਹ ਟੌਪਿਕ ਪਲਾਂਟਸ ਔਰ ਐਨੀਮਲਸ ਦੋਨਾਂ ਲਈ ਇਕੱਠਾ ਹੀ ਕੀਤਾ ਜਾਏਗਾ। ਸੋ ਸਭ ਤੋਂ ਪਹਿਲੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਡਾਇਵਰਸਿਟੀ ਬਾਰੇ ਕਿ ਡਾਇਵਰਸਿਟੀ ਕੀ ਚੀਜ਼ ਹੁੰਦੀ ਆ। ਹੁਣ ਜਿੱਦਾਂ ਆਪਾਂ ਜਿੰਨੇ ਵੀ ਲਿਵਿੰਗ ਔਰਗੈਨਿਜ਼ਮਸ ਦੀ ਸਟੱਡੀ ਕਰਦੇ ਹੈਗੇ ਆ, ਉਹ ਸਭ ਬਾਇਓ ਦੇ ਅੰਡਰ ਕਰਦੇ ਹੈਗੇ ਆ, ਔਰ ਇਹ ਸਾਰੇ ਅਲੱਗ-ਅਲੱਗ ਸਪੀਸ਼ੀਜ਼ ਦੇ ਔਰਗੈਨਿਜ਼ਮਸ ਹੁੰਦੇ ਹੈਗੇ ਆ। ਸੋ ਡਾਇਵਰਸਿਟੀ ਇਨ ਲਿਵਿੰਗ ਔਰਗੈਨਿਜ਼ਮਸ ਦੇ ਵਿੱਚ ਡਾਇਵਰਸਿਟੀ ਦਾ ਮਤਲਬ ਕੀ ਹੈਗਾ ਆ ਕਿ ਅਲੱਗ-ਅਲੱਗ ਵੈਰਾਈਟੀ ਦੇ ਔਰਗੈਨਿਜ਼ਮਸ, ਅਲੱਗ-ਅਲੱਗ ਵੈਰਾਈਟੀ ਦੇ ਔਰਗੈਨਿਜ਼ਮਸ ਜਿੰਨੇ ਵੀ ਅਰਥ 'ਤੇ ਪਾਏ ਜਾਂਦੇ ਹੈਗੇ ਆ, ਉਹ ਸਭ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਸਪੀਸ਼ੀਜ਼ ਕਹਿੰਦੇ ਹੈਗੇ ਆ। ਜਿੱਦਾਂ ਟਰੀ ਹੋ ਗਏ, ਚਾਹੇ ਮੈਂਗੋ ਟਰੀ ਹੋ ਗਏ, ਚਾਹੇ ਯੂਕਲਿਪਟਸ ਹੋ ਗਿਆ, ਚਾਹੇ ਐਨੀਮਲ ਹੋ ਗਏ, ਟਾਈਗਰ, ਪੈਂਥਰਾ, ਰੈਟ, ਹੈ ਨਾ, ਜੋ ਵੀ ਹੈਗੇ ਆ, ਇਹ ਸਭ ਕੀ ਹੁੰਦੀਆਂ, ਸਪੀਸ਼ੀਜ਼ ਹੁੰਦੀਆਂ। ਸੋ ਆਪਣੇ ਵਰਲਡ ਦੇ ਵਿੱਚ ਅਪਰੋਕਸੀਮੇਟ 1.7 to 1.8 ਮਿਲੀਅਨ ਸਪੀਸ਼ੀਜ਼ ਜਿਹੜੀਆਂ ਉਹ ਫਾਈਂਡ ਆਊਟ ਕੀਤੀਆਂ ਜਾ ਚੁੱਕੀਆਂ ਆ। ਹੁਣ ਇਹਨਾਂ ਸਪੀਸ਼ੀਜ਼ ਦੇ ਬਾਰੇ ਪਤਾ ਕਰਨਾ, ਉਹਨਾਂ ਨੂੰ ਇੱਕ ਗਰੁੱਪਿੰਗ ਉਹਨਾਂ ਦੀ ਕਰਨੀ, ਉਹ ਪੂਰੀ ਜਿਹੜੀ ਪ੍ਰੋਸੈਸ ਹੈਗੀ ਹੈ ਉਹਨੂੰ ਟੈਕਸੋਨੋਮੀ ਕਿਹਾ ਜਾਂਦਾ ਆ। ਸੋ ਸਭ ਤੋਂ ਪਹਿਲੇ ਸਪੀਸ਼ੀਜ਼ ਬਾਰੇ ਸਾਨੂੰ ਪਤਾ ਕਿੱਦਾਂ ਲੱਗਦਾ, 4 ਮੇਨ ਪੁਆਇੰਟਸ ਹੈ ਜਿਨ੍ਹਾਂ ਦੇ ਥਰੂ ਅਸੀਂ ਉਹਨੂੰ ਪਤਾ ਕਰ ਸਕਦੇ ਹਾਂ, ਜਿੱਦਾਂ ਕਰੈਕਟਰਾਈਜੇਸ਼ਨ, ਆਈਡੈਂਟੀਫਿਕੇਸ਼ਨ, ਨੋਮਨਕਲੇਚਰ ਐਂਡ ਕਲਾਸੀਫਿਕੇਸ਼ਨ। ਇਹ ਸਟੈਪ ਬਾਈ ਸਟੈਪ ਕੰਮ ਚੱਲਦਾ। ਕਰੈਕਟਰਾਈਜੇਸ਼ਨ ਮਤਲਬ ਡਿਸਕਰਾਈਬ ਦਾ ਓਬਜ਼ਰਵੇਬਲ ਕਰੈਕਟਰਸ ਆਫ ਔਰਗੈਨਿਜ਼ਮਸ, ਕਿ ਜਿਹੜੇ ਕੋਈ ਵੀ ਜਿਹੜਾ ਵੀ ਔਰਗੈਨਿਜ਼ਮ ਹੈ ਉਹਦੇ ਪਹਿਲੇ ਕਰੈਕਟਰਸ, ਪਹਿਲੇ ਤਾਂ ਉਹਦੇ ਕਰੈਕਟਰਸ ਨੂੰ ਦੇਖਣਾ ਕਿ ਉਹਦੇ ਕਿੱਦਾਂ ਦੇ ਕਰੈਕਟਰਸ ਆ ਜਾਂ ਕਿੱਦਾਂ ਦੇ ਫੀਚਰਸ ਹੈਗੇ ਆ। ਦੂਸਰਾ ਸਟੈਪ ਹੁੰਦਾ ਉਹਨੂੰ ਆਈਡੈਂਟੀਫਾਈ ਕਰਨਾ, ਟਰਾਈ ਟੂ ਆਈਡੈਂਟੀਫਾਈ ਦਾ ਔਰਗੈਨਿਜ਼ਮ ਵਿਦ ਐਗਜ਼ਿਸਟਿੰਗ ਔਰਗੈਨਿਜ਼ਮਸ, ਕਿ ਹੋਰ ਵੀ ਔਰਗੈਨਿਜ਼ਮਸ ਹੈਗੇ ਆ ਉਹਨਾਂ ਦੇ ਕੰਪੈਰੀਜ਼ਨ, ਉਹਨੂੰ ਆਈਡੈਂਟੀਫਾਈ ਕਰਕੇ ਦੇਖਣਾ ਕਿ ਉਹਨਾਂ ਦੇ ਵਿੱਚ ਕੀ ਫੀਚਰਸ ਆ ਅਤੇ ਇਹਦੇ ਵਿੱਚ ਕੀ ਫੀਚਰਸ ਹੈਗੇ ਆ। ਨੋਮਨਕਲੇਚਰ, ਫਿਰ ਉਹਦਾ ਨਾਮ ਰੱਖਣਾ, ਉਹਦੀ ਨੇਮਿੰਗ ਕਰਨੀ ਔਰਗੈਨਿਜ਼ਮਸ ਦੀ। ਕਲਾਸੀਫਿਕੇਸ਼ਨ ਕੀ ਹੈਗਾ, ਕਲਾਸੀਫਾਈ ਕਰਨਾ ਮਤਲਬ ਉਹਨੂੰ ਇੱਕ ਗਰੁੱਪ 'ਚ ਅਰੇਂਜ ਕਰਨਾ, ਉਹਦੀਆਂ ਸਿਮਿਲੈਰਿਟੀਜ਼ ਜਾਂ ਜੋ ਵੀ ਉਹਦੇ ਕਰੈਕਟਰਸ ਅਸੀਂ ਦੇਖੇ ਹੈਗੇ ਉਹਦੇ ਬੇਸ 'ਤੇ। ਜਿੱਦਾਂ ਅਗਰ ਆਪਾਂ ਇੱਕ ਐਗਜ਼ਾਮਪਲ ਲਈਏ ਕਿ ਮੰਨ ਲਓ ਮੈਨੂੰ ਕੋਈ ਵੀ ਔਰਗੈਨਿਜ਼ਮ ਦਿਖਾਈ ਦਿੱਤਾ ਜਿਹਦੇ ਬਾਰੇ ਮੈਨੂੰ ਨਹੀਂ ਪਤਾ ਹੈ, ਪਹਿਲਾਂ ਮੈਂ ਕੀ ਦੇਖਾਂਗੀ, ਉਹਦੇ ਫੀਚਰਸ ਕਿੱਦਾਂ ਦੇ ਹੈਗੇ ਆ। ਮੰਨ ਲਓ ਕਿ ਮੈਂ ਅਗਰ ਗੱਲ ਕਰਾਂ ਇਨਸੈਕਟ ਦੀ, ਲਾਈਕ ਕੋਕਰੋਚ, ਤਾਂ ਮੈਨੂੰ ਨਹੀਂ ਪਤਾ ਕਿ ਉਹ ਕੋਕਰੋਚ ਹੈ, ਅਤੇ ਪਹਿਲੇ ਮੈਂ ਉਹਦੇ ਕਰੈਕਟਰਿਸਟਿਕਸ ਦੇਖਾਂਗੀ, ਉਹਦੇ ਫੀਚਰਸ ਦੇਖਾਂਗੀ ਕਿ ਉਹਦੀਆਂ ਬਹੁਤ ਸਾਰੀਆਂ ਅਪੈਂਡੇਜਿਸ ਹੈਗੀਆਂ ਆ, ਔਰ ਉਹਦੇ ਐਂਟੀਨਾ ਟਾਈਪ ਅੱਗੇ ਸਟਰਕਚਰ ਬਣਿਆ ਹੋਇਆ ਆ, ਉਹ ਕੀ ਆ ਉਹਦੇ ਫੀਚਰਸ। ਫਿਰ ਮੈਂ ਦੇਖਾਂਗੀ ਕਿ ਉਹ ਕਿਹੜੇ ਔਰਗੈਨਿਜ਼ਮਸ ਹੈਗੇ ਆ ਜਿਹੜੇ ਕਿ ਉਹਦੇ ਨਾਲ ਮਿਲਦੇ ਜੁਲਦੇ ਆ, ਜਾਂ ਮਤਲਬ ਉਹਨਾਂ ਦੇ ਵਿੱਚ ਕੀ ਸਿਮਿਲੈਰਿਟੀਜ਼ ਹੈਗੀਆਂ ਆ। ਸੋ ਉਸ ਅਕੋਰਡਿੰਗ ਮੈਂ ਉਹਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੀ। ਫਿਰ ਅਗਰ ਮੈਂ ਆਈਡੈਂਟੀਫਾਈ ਕਰ ਲਿਆ ਕਿ ਹਾਂ ਇਹ ਕੋਕਰੋਚ ਆ, ਸੋ ਫਿਰ ਮੈਂ ਉਹਦਾ ਨੋਮਨਕਲੇਚਰ ਕਰਾਂਗੀ, ਮਤਲਬ ਉਹਦਾ ਇੱਕ ਨਾਮ ਰੱਖਿਆ ਜਾਏਗਾ ਜੋ ਕਿ ਪੂਰੀ ਦੁਨੀਆ ਦੇ ਵਿੱਚ ਐਟਲੀਸਟ ਇੱਕੋ ਜਿਹਾ ਹੈਗਾ ਆ, ਕਿਉਂਕਿ ਅਲੱਗ-ਅਲੱਗ ਜਗ੍ਹਾ ਦੇ ਅਲੱਗ-ਅਲੱਗ ਲੈਂਗੁਏਜਿਸ ਹੁੰਦੀਆਂ ਆ, ਲੋਕਲ ਲੈਂਗੁਏਜਿਸ ਅਲੱਗ-ਅਲੱਗ ਹੁੰਦੀਆਂ ਆ, ਜਿਹਦੇ ਕਰਕੇ ਕਿ ਸਪੀਸ਼ੀਜ਼ ਦੇ ਬਾਰੇ ਫਾਈਂਡ ਆਊਟ ਕਰਨਾ ਮੁਸ਼ਕਿਲ ਹੋ ਜਾਂਦਾ ਆ। ਹੁਣ ਜਿੱਦਾਂ ਆਪਣੇ ਇੱਥੇ ਕੋਕਰੋਚ ਨੂੰ ਕੋਕਰੋਚ ਕਹਿੰਦੇ ਹੈਗੇ ਆ ਕੋਮਨ ਲੈਂਗੁਏਜ ਦੇ ਵਿੱਚ, ਕਿਸੇ ਹੋਰ ਕੰਟਰੀ 'ਚ ਉਹਨੂੰ ਕੁਛ ਹੋਰ ਕਹਿੰਦੇ ਹੋਣਗੇ, ਇੱਦਾਂ ਤਾਂ ਆਪਾਂ ਆਈਡੈਂਟੀਫਾਈ ਨਹੀਂ ਕਰ ਪਾਵਾਂਗੇ, ਪਤਾ ਨਹੀਂ ਕਰ ਪਾਵਾਂਗੇ। ਸੋ ਉਹਦੇ ਲਈ ਇੱਕ ਸਾਇੰਟੀਫਿਕ ਨੇਮ ਹੁੰਦਾ ਆ, ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਸੇਮ ਹੁੰਦਾ, ਉਹਦੇ ਅਕੋਰਡਿੰਗ ਆਪਾਂ ਪਤਾ ਕਰ ਸਕਦੇ ਹਾਂ ਕਿਸੇ ਵੀ ਔਰਗੈਨਿਜ਼ਮ ਬਾਰੇ। ਥਰਡ ਪੁਆਇੰਟ ਹੋ ਗਿਆ ਉਹਦਾ ਨੋਮਨਕਲੇਚਰ। 4 ਪੁਆਇੰਟ ਹੋ ਗਿਆ ਉਹਦੀ ਕਲਾਸੀਫਿਕੇਸ਼ਨ, ਉਹਨੂੰ ਕਲਾਸੀਫਾਈ ਕਰਨਾ ਕਿ ਉਹ ਕਿਸ ਕੈਟਾਗਰੀ ਦੇ ਅੰਡਰ ਆਉਂਦਾ ਹੈਗਾ ਆ। ਹੁਣ ਜਿੱਦਾਂ ਉਹ ਜੋ ਕੋਕਰੋਚ ਹੈ, ਮੈਨੂੰ ਪਤਾ ਲੱਗ ਗਿਆ, ਪਹਿਲਾਂ ਮੈਂ ਉਹਦੇ ਫੀਚਰਸ ਦੇਖੇ, ਫਿਰ ਮੈਂ ਉਹਨੂੰ ਆਈਡੈਂਟੀਫਾਈ ਕੀਤਾ ਕਿ ਹਾਂ ਇਹ ਕੋਕਰੋਚ ਹੈ, ਫਿਰ ਮੈਂ ਉਹਦਾ ਨੋਮਨਕਲੇਚਰ ਕੀਤਾ, ਨਾਮ ਰੱਖ ਦਿੱਤਾ ਇੱਕ। ਫਿਰ ਉਹਦੀ ਕਲਾਸੀਫਿਕੇਸ਼ਨ ਕਰਨਾ ਕਿ ਉਹਨੂੰ ਇੱਕ ਕੈਟਾਗਰੀ ਦੇ ਵਿੱਚ ਡਾਲ ਦੇਣਾ, ਜਿੱਦਾਂ ਕਿ ਉਹਦੇ ਕਰੈਕਟਰਸ,
ਕੋਕਰੋਚ ਦੇ ਕਰੈਕਟਰਸ ਇਨਸੈਕਟ ਵਰਗੇ ਹੈਗੇ ਆ, ਹੋਰ ਜਿਹੜੇ ਕਿੰਨੇ ਸਾਰੇ ਆਰਥਰੋਪੋਡਸ ਹੁੰਦੇ ਹੈਗੇ ਆ ਉਹਨਾਂ ਦੇ ਵਰਗੇ ਹੈਗੇ ਆ। ਸੋ ਮੈਂ ਉਹਨੂੰ ਕੇਸ ਫੈਮਿਲੀ ਦੇ ਵਿੱਚ ਕੇਸ ਫਾਈਲਮ ਦੇ ਵਿੱਚ ਡਾਲ ਦਾਂਗੀ, ਫਾਈਲਮ ਕੌਰਡੇਟ। ਅਤੇ ਉਹਦਾ ਕਿੰਗਡਮ ਕਿਹੜਾ ਰੱਖ ਦਾਂਗੀ ਕਿ ਇਹ ਐਨੀਮਲਸ ਦੇ ਵਿੱਚ ਆਉਂਦਾ ਹੈਗਾ, ਪਲਾਂਟਸ ਦੇ ਵਿੱਚ ਤਾਂ ਆਉਂਦਾ ਨਹੀਂ, ਸੋ ਐਨੀਮਲਸ ਦੇ ਵਿੱਚ ਆਉਂਦਾ ਹੈਗਾ। ਇਸ ਤਰੀਕੇ ਨਾਲ ਆਪਾਂ ਕਿਸੇ ਵੀ ਔਰਗੈਨਿਜ਼ਮ ਨੂੰ ਕਰੈਕਟਰਾਈਜੇਸ਼ਨ, ਆਈਡੈਂਟੀਫਿਕੇਸ਼ਨ, ਨੋਮਨਕਲੇਚਰ ਔਰ ਕਲਾਸੀਫਿਕੇਸ਼ਨ ਦੇ ਬੇਸ ਦੇ ਉੱਤੇ ਉਹਨੂੰ ਦੱਸ ਸਕਦੇ ਹਾਂ, ਡਿਸਕਰਾਈਬ ਕਰ ਸਕਦੇ ਹੈਗੇ ਹਾਂ। ਔਰ ਅਗਰ ਇੱਕ ਹੋਰ ਚੀਜ਼ ਕਿ ਅਗਰ ਆਪਾਂ ਗੱਲ ਕਰਦੇ ਹਾਂ ਐਨੀਮਲਸ ਜਾਂ ਪਲਾਂਟਸ ਦੇ ਨਾਮ ਰੱਖਣ ਦੀ, ਹੁਣ ਉਹ ਆਪਣੀ ਮਰਜ਼ੀ ਦੇ ਨਾਲ ਆਪਾਂ ਖੁਦ ਨਹੀਂ ਰੱਖ ਸਕਦੇ ਹੈਗੇ, ਉਹਦੇ ਲਈ ਕੋਡ ਹੁੰਦੇ ਹੈਗੇ ਆ, ਉਹਨਾਂ ਕੋਡ ਦੇ ਬੇਸਿਸ 'ਤੇ ਹੀ ਅਸੀਂ ਨੋਮਨਕਲੇਚਰ ਰੱਖ ਸਕਦੇ ਹੈਗੇ। ਨੋਮਨਕਲੇਚਰ ਮਤਲਬ ਨਾਮ ਰੱਖ ਦੇਣਾ ਕਿਸੇ ਦਾ। ICZN ਔਰ ICBN ਦੇ ਅਕੋਰਡਿੰਗ, ICZN ਮਤਲਬ ਇੰਟਰਨੈਸ਼ਨਲ ਕੋਡ ਫੋਰ ਜ਼ੂਲॉजिकल ਨੋਮਨਕਲੇਚਰ, ਜ਼ੂਲॉजिकल ਮਤਲਬ ਐਨੀਮਲਸ ਦੇ ਅਗਰ ਨਾਮ ਰੱਖਣੇ ਆ ਤਾਂ ਇਸ ਕੋਡ ਦੇ ਬੇਸ ਦੇ ਉੱਤੇ ਹੀ ਰੱਖੇ ਜਾਣਗੇ। ICBN ਮਤਲਬ ਇੰਟਰਨੈਸ਼ਨਲ ਕੋਡ ਫੋਰ ਬੋਟੈਨੀਕਲ ਨੋਮਨਕਲੇਚਰ, ਕਿ ਪਲਾਂਟਸ ਦੇ ਜਿਹੜੇ ਕੋਡਸ ਆ ਉਸ ਦੀ ਬੇਸ 'ਤੇ ਪਲਾਂਟਸ ਦੇ ਨਾਮ ਰੱਖੇ ਜਾਂਦੇ ਹੈਗੇ ਆ, ICZN ਔਰ ICBN ਦੇ ਬੇਸ ਦੇ ਉੱਤੇ। ਸੋ ਅੱਗੇ ਗੱਲ ਕਰਦੇ ਹਾਂ ਬਾਇਨੋਮੀਅਲ ਨੋਮਨਕਲੇਚਰ ਦੀ। ਬਾਇਨੋਮੀਅਲ ਦਾ ਮਤਲਬ ਕੀ ਹੁੰਦਾ, ਬਾਈ ਰਿਲੇਟਿਡ ਟੂ ਟੂ, ਮਤਲਬ ਦੋ, ਕਿ ਅਗਰ ਅਸੀਂ ਕਿਸੇ ਔਰਗੈਨਿਜ਼ਮ ਦਾ ਨਾਮ ਰੱਖਦੇ ਹਾਂ ਦੋ ਕੰਪੋਨੈਂਟ ਦੇ ਬੇਸ 'ਤੇ, ਉਹਨੂੰ ਅਸੀਂ ਬਾਇਨੋਮੀਅਲ ਨੋਮਨਕਲੇਚਰ ਬੋਲਦੇ ਹਾਂ। ਬੇਸਿਕਲੀ ਤਾਂ ਨੋਮਨਕਲੇਚਰ 'ਚ ਬਾਇਨੋਮੀਅਲ ਨੋਮਨਕਲੇਚਰ ਦੀ ਹੀ ਗੱਲ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਟ੍ਰਾਈਨੋਮੀਅਲ ਨੋਮਨਕਲੇਚਰ ਵੀ ਹੁੰਦਾ ਹੈਗਾ। ਟ੍ਰਾਈਨੋਮੀਅਲ ਮਤਲਬ ਜਿਹਦੇ ਵਿੱਚ ਕਿ ਤਿੰਨ ਕੰਪੋਨੈਂਟਸ ਦੇ ਬੇਸ ਦੇ ਉੱਤੇ ਅਸੀਂ ਔਰਗੈਨਿਜ਼ਮ ਦੀ ਨੇਮਿੰਗ ਕਰਦੇ ਹੈਗੇ ਹਾਂ। ਸੋ ਫਿਲਹਾਲ ਆਪਾਂ ਗੱਲ ਕਰਾਂਗੇ ਬਾਇਨੋਮੀਅਲ ਨੋਮਨਕਲੇਚਰ ਦੀ, ਜਿਹਦੇ ਵਿੱਚ ਕਿ ਅਸੀਂ ਦੋ ਕੰਪੋਨੈਂਟਸ ਦੇ ਬੇਸ 'ਤੇ ਕਿਸੇ ਵੀ ਔਰਗੈਨਿਜ਼ਮ ਦਾ ਨਾਮ ਰੱਖਦੇ ਹਾਂ। ਹੁਣ ਦੋ ਕੰਪੋਨੈਂਟਸ ਕਿਹੜੇ ਕਿਹੜੇ ਹੈਗੇ ਆ, ਨੋਮਨਕਲੇਚਰ ਜੇ ਦੋ ਕੰਪੋਨੈਂਟ ਹੁੰਦੇ ਆ, ਇੱਕ ਹੁੰਦਾ ਆ ਜੈਨਰਿਕ ਨੇਮ ਮਤਲਬ ਜੀਨਸ ਉਹਦੇ ਬੇਸ 'ਤੇ, ਦੂਸਰਾ ਹੁੰਦਾ ਹੈਗਾ ਆ ਸਪੀਸ਼ੀਜ਼ ਨੇਮ ਮਤਲਬ ਸਪੀਸ਼ੀਜ਼ ਨੇਮ, ਜਾਂ ਆਪਾਂ ਇਹਨੂੰ ਸਪੈਸੀਫਿਕ ਐਪੀਹਟ ਵੀ ਬੋਲ ਸਕਦੇ ਹਾਂ। ਸਪੈਸੀਫਿਕ ਐਪੀਹਟ ਵੀ ਕਿਹਾ ਜਾ ਸਕਦਾ ਇਹਨੂੰ। ਇਹਨਾਂ ਦੋਨੋਂ ਦੇ ਬੇਸ 'ਤੇ ਹੀ ਕੋਈ ਵੀ ਨੋਮਨਕਲੇਚਰ ਕੀਤਾ ਜਾਂਦਾ ਹੈਗਾ ਆ। ਪਹਿਲਾ ਨੇਮ ਜੀਨਸ ਨੇਮ ਹੋਣਾ ਚਾਹੀਦਾ ਆ, ਦੂਸਰਾ ਨੇਮ ਸਪੈਸੀਫਿਕ ਨੇਮ ਸਪੀਸ਼ੀਜ਼ ਦਾ ਨੇਮ ਹੋਣਾ ਚਾਹੀਦਾ ਹੈਗਾ। ਜਿੱਦਾਂ ਕਿ ਆਪਾਂ ਐਗਜ਼ਾਮਪਲ ਲੈ ਲੈਂਦੇ ਹੈਗੇ ਹਾਂ, ਪਲਾਂਟਸ ਦੀ ਪਹਿਲੇ ਗੱਲ ਕਰਦੇ ਹਾਂ। ਪਲਾਂਟਸ ਦੇ ਵਿੱਚ ਮੈਂਗੋ ਲੈ ਲਓ, ਮੈਂਗੋ ਦਾ ਜਿਹੜਾ ਸਾਇੰਟੀਫਿਕ ਨੇਮ ਹੈ, ਹੁਣ ਆਪਾਂ ਇੱਥੇ ਮੈਂਗੋ ਕਹਿੰਦੇ ਹਾਂ ਬਟ ਕਿਸੇ ਹੋਰ ਕੰਟਰੀ ਦੇ ਵਿੱਚ ਉਹਦਾ ਨਾਮ ਕੁਛ ਹੋਰ ਹੋਏਗਾ, ਆਪਾਂ ਫਾਈਂਡ ਆਊਟ ਨਹੀਂ ਕਰ ਪਾਵਾਂਗੇ, ਇੱਦਾਂ ਤਾਂ ਬਹੁਤ ਮੁਸ਼ਕਿਲ ਹੋ ਜਾਏਗਾ। ਇਸੇ ਲਈ ਇੱਕ ਨਾਮ ਰੱਖਿਆ ਜਾਂਦਾ ਹੈਗਾ ਆ, ਸਾਇੰਟੀਫਿਕ ਨੇਮ ਹੈ ਮੈਂਗੀਫੇਰਾ ਇੰਡੀਕਾ, ਮੈਂਗੀਫੇਰਾ ਇੰਡੀਕਾ। ਹੁਣ ਇਹ ਨਾਮ ਕਿੱਦਾਂ ਰੱਖਿਆ ਗਿਆ, ਇਹ ਨਾਮ ਆਪਾਂ ਰੱਖਿਆ ਕਿੱਦਾਂ, ਇਹਦੇ ਵਿੱਚ ਜਿਹੜਾ ਇਹ ਵਾਲਾ ਹੁੰਦਾ ਆ ਸਭ ਤੋਂ ਪਹਿਲੇ ਉਹ ਹੁੰਦਾ ਜੈਨਰਿਕ ਨੇਮ, ਜੀਨਸ ਨੇਮ। ਜਿਹੜਾ ਦੂਸਰਾ ਹੁੰਦਾ ਆ ਇਹਨੂੰ ਆਪਾਂ ਸਪੀਸ਼ੀਜ਼ ਨੇਮ ਬੋਲਦੇ ਹਾਂ। ਇੰਡੀਕਾ ਉਹਦੀ ਸਪੀਸ਼ੀਜ਼ ਹੈਗੀ ਆ। ਸੋ ਜੈਨਰਿਕ ਨੇਮ ਔਰ ਸਪੈਸੀਫਿਕ ਐਪੀਹਟ ਨੂੰ ਮਿਲਾ ਕੇ ਕੀ ਬਣਦਾ ਹੈਗਾ, ਸਾਇੰਟੀਫਿਕ ਨੇਮ, ਜਿਹਨੂੰ ਅਸੀਂ ਬਾਇਨੋਮੀਅਲ ਨੋਮਨਕਲੇਚਰ ਕਹਿੰਦੇ ਹੈਗੇ ਆ। ਅਗਰ ਕੋਈ ਵੀ ਕਈ ਵਾਰ ਕੀ ਹੁੰਦਾ ਹੈ ਕਿ ਜੈਨਰਿਕ ਨੇਮ ਔਰ ਸਪੈਸੀਫਿਕ ਨੇਮ ਕਈ ਪਲਾਂਟਸ ਦੇ ਜਾਂ ਕਈ ਔਰਗੈਨਿਜ਼ਮਸ ਦੇ ਮਿਲ ਜਾਂਦੇ ਹੈਗੇ ਆ, ਸੇਮ ਹੁੰਦੇ ਆ। ਸੋ ਉਹਨਾਂ ਦੇ ਵਿੱਚ ਅਸੀਂ ਡਿਫਰੈਂਸ ਕ੍ਰੀਏਟ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਜਿਸ ਸਾਇੰਟਿਸਟ ਨੇ ਉਹਦੇ ਬਾਰੇ ਦੱਸਿਆ ਹੈ ਉਹਦੇ ਨਾਲ ਰਿਲੇਟਿਡ ਉਹਦੇ ਨਾਮ ਦੀ ਸ਼ੋਰਟ ਫਾਰਮ ਪਿੱਛੇ ਲਿਖ ਦਿੰਦੇ ਹੈਗੇ ਆ, ਉਹ ਟ੍ਰਾਈਨੋਮੀਅਲ ਨੋਮਨਕਲੇਚਰ 'ਚ ਆ ਜਾਂਦਾ। ਸੋ ਲਿਨ ਮਤਲਬ ਲੀਨੀਅਸ, ਕੈਰੋਲਸ ਲੀਨੀਅਸ, ਕਿਉਂਕਿ ਉਹਨੇ ਹੀ ਜੋ ਕੈਰੋਲਸ ਲੀਨੀਅਸ ਸਾਇੰਟਿਸਟ ਹੈ ਉਹਨਾਂ ਨੇ ਹੀ ਦੱਸਿਆ ਹੋਇਆ ਹੈ ਇਹਦੇ ਬਾਰੇ, ਨੋਮਨਕਲੇਚਰ ਬਾਰੇ। ਇਹਦੇ ਕੁਛ ਰੂਲਸ ਹੈ ਜਿਹੜੇ ਆਪਾਂ ਅੱਗੇ ਕਰਦੇ ਹਾਂ। ਜਿੱਦਾਂ ਬਾਇਨੋਮੀਅਲ ਨੋਮਨਕਲੇਚਰ, ਇਹਦੇ ਵਿੱਚ ਮੈਂਗੋ ਦੀ ਗੱਲ ਕੀਤੀ, ਮੈਂਗੋ ਜੋ ਹੈ ਉਹ ਹੈ ਮੈਂਗੀਫੇਰਾ ਇੰਡੀਕਾ, ਉਹਦਾ ਸਾਇੰਟੀਫਿਕ ਨੇਮ ਹੈ। ਪੂਰੀ ਦੁਨੀਆ ਦੇ ਵਿੱਚ ਮੈਂਗੀਫੇਰਾ ਇੰਡੀਕਾ ਤੋਂ ਪਤਾ ਲੱਗ ਜਾਂਦਾ ਹੈ, ਚਾਹੇ ਚਾਈਨੀਜ਼ ਹੋਏ ਚਾਹੇ ਕੋਈ ਹੋਰ ਕੰਟਰੀ ਦਾ ਪਰਸਨ ਹੋਏ, ਉਹਨੂੰ ਪਤਾ ਮੈਂਗੀਫੇਰਾ ਇੰਡੀਕਾ ਮੀਨਸ ਮੈਂਗੋ ਦੀ ਗੱਲ ਕੀਤੀ ਗਈ ਆ। ਹਿਊਮਨ ਬੀਇੰਗ ਨੂੰ ਕੀ ਕਿਹਾ ਜਾਂਦਾ, ਹੋਮੋਸੇਪੀਅਨਸ ਕਿਹਾ ਜਾਂਦਾ ਆ। ਸੌਰੀ, ਇੱਥੇ ਮੈਂ
गलत लिख दिता, इत्थे आना सी होमोसेपियंस। होमो जैनरिक नेम है और सेपियंस स्पीशीज़ नेम है। फिर आपां गल कीती सी कि ਜਿਹੜੀ पूरी प्रोसैस है करैक्टराइजेशन की, आइडेंटिफिकेशन की, नोमनक्लेचर की और क्लासीफिकेशन की, जो ये चारों के चारों स्टैप हो गए, इनू असीं कहंदे हैगे टैक्सोनोमी। ठीक है, टैक्सोनोमी की प्रोसैस। सिस्टमैटिक्स की हुंदा है, इहदे बारे नैक्सट वीडियो दे विच काफ़ी डिटेल च करांगे। सो सिस्टमैटिक्स की हैगा, सिस्टम दे विच अरेंज करना उन्हां दे ऑर्गेनिजम्स दे एवोल्यूशनरी रिलेशनशिप दे अकॉर्डिंग कि पहले किद्दां दे सी, बाद विच उन्हां दे विच किद्दां दा चेंज आया और वो कित्थों ओरिजन होया उन्हां दा, वो सारियां दी स्टडी आपां सिस्टमैटिक्स दे विच करदे हैगे आ। इट टेक्स इन अकाउंट द एवोल्यूशनरी रिलेशनशिप बिटवीन द ऑर्गेनिजम्स कि जिद्दां रैप्टाइल्स ਜਿਹੜੇ ਹੈਗੇ ਆ ਉਹਨਾਂ ਤੋਂ ਹੀ ਅੱਗੇ ਬਰਡਸ ਵਗੈਰਾ ਬਣੇ ਹੈਗੇ ਆ, ਉਹਨਾਂ ਦੀ ਮੋਡੀਫਿਕੇਸ਼ਨ ਦੇ ਨਾਲ, ਉਹਨਾਂ ਦੀ ਐਵੋਲਿਊਸ਼ਨ ਦੇ ਨਾਲ ਹੀ ਬਰਡਸ ਜਿਹੜੇ ਸੀਗੇ ਉਹ ਐਗਜ਼ਿਸਟੈਂਸ ਦੇ ਵਿੱਚ ਆਏ। ਸੋ ਉਹਨਾਂ ਦੇ ਵਿੱਚ ਅਗਰ ਮੈਨੂੰ ਨਹੀਂ ਪਤਾ ਹੈ ਕਿਸੇ ਬਰਡ ਬਾਰੇ, ਮੈਂ ਕਿਸੇ ਬਰਡ ਨੂੰ ਦੇਖਿਆ, ਹੁਣ ਉਹਦੇ ਬਾਰੇ ਮੈਂ ਪਤਾ ਕਰਨਾ ਆ, ਤਾਂ ਪਹਿਲਾਂ ਉਹ ਮੈਂ ਦੇਖਾਂਗੀ ਕਿ ਰੈਪਟਾਈਲਸ ਦੇ ਨਾਲ ਕੁਛ ਉਹਨਾਂ ਦਾ ਰਿਲੇਸ਼ਨ ਰਿਹਾ ਹੈ। ਸੋ ਅਗਰ ਮੈਂ ਉਹਦੇ ਬਾਰੇ ਚੈੱਕ ਕਰਦੀ ਹਾਂ, ਉਹਨੂੰ ਮੈਂ ਸਿਸਟਮੈਟਿਕਸ ਕਹਾਂਗੀ, ਜਿਹਦੇ ਵਿੱਚ ਕਿ ਆਪਾਂ ऑर्गेनिजम्स ਦੇ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਬਾਰੇ ਚੈੱਕ ਕਰਦੇ ਹੈਗੇ ਆ। ਹੁਣ ਨੋਮਨਕਲੇਚਰ ਦੀ ਗੱਲ ਕਰ ਰਹੇ ਸੀਗੇ, ਥੋੜ੍ਹਾ ਇਹਦੇ ਬਾਰੇ ਡਿਟੇਲ 'ਚ ਕਰ ਲੈਂਦੇ ਹਾਂ। ਨੋਮਨਕਲੇਚਰ ਦੀ ਆਪਾਂ ਗੱਲ ਕੀਤੀ ਕਿ ਨੋਮਨਕਲੇਚਰ ਨਾਮ ਰੱਖਣਾ ਹੁੰਦਾ ਹੈਗਾ। ਹੁਣ ਜਿੱਦਾਂ ਕਿ ਅਲੱਗ-ਅਲੱਗ ऑर्गेनिजम ਦਾ ਇੱਕ ਅਲੱਗ-ਅਲੱਗ ਨੋਮਨਕਲੇਚਰ ਕੀਤਾ ਗਿਆ ਆ ICZN ਜਾਂ ICBN ਦੇ ਅਕੋਰਡਿੰਗ। ਸੋ ਨੋਮਨਕਲੇਚਰ ਜਿੱਦਾਂ ਕਿ ਮੈਂਗੀਫੇਰਾ ਇੰਡੀਕਾ, मैंगीफेरा इंडिका एंड ह्यूमन बीइंग द होमोसेपियंस। ਹੁਣ ਇਹਨਾਂ ਦੇ ਕੁਛ ਰੂਲ ਹੈਗੇ ਆ ਜਿਨ੍ਹਾਂ ਦੇ ਅਕੋਰਡਿੰਗ ਹੀ ਇਹ ਸਹੀ ਮੰਨੇ ਜਾਂਦੇ ਆ। ਹੁਣ ਮੈਂ ਅਗਰ ਮੈਂਗੀਫੇਰਾ ਇੰਡੀਕਾ ਜਾਂ ਹੋਮੋਸੇਪੀਅੰਸ ਦੇ ਨੀਚੇ ਅਗਰ ਮੈਂ ਇਹਨਾਂ ਦੀ ਅੰਡਰਲਾਈਨ ਹਟਾ ਦਾਂ ਤਾਂ ਇਹ ਸਾਇੰਟੀਫਿਕ ਨੇਮ ਪ੍ਰੋਪਰ ਨਹੀਂ ਰਹੇਗਾ। ਸਾਇੰਟੀਫਿਕ ਨੇਮ ਦੇ ਕੁਛ ਰੂਲਸ ਹੈਗੇ ਆ, ਜਿੱਦਾਂ ਕਿ ਪਹਿਲਾਂ ਤਾਂ ਕਿ 2 ਕੰਪੋਨੈਂਟਸ ਨਾਲ ਬਣਦਾ ਆ, ਔਰ ਫਸਟ ਕੰਪੋਨੈਂਟ ਹਮੇਸ਼ਾ ਜੈਨਰਿਕ ਨੇਮ ਹੀ ਲਿਖਿਆ ਜਾਂਦਾ ਆ ਔਰ ਦੂਸਰਾ ਕੰਪੋਨੈਂਟ ਹਮੇਸ਼ਾ ਜਿਹੜਾ ਹੈ ਉਹ ਸਪੀਸ਼ੀਜ਼ ਨੇਮ ਹੀ ਲਿਖਿਆ ਜਾਏਗਾ। ਹੋਮੋ ਦੇ ਵਿੱਚ ਵੀ ਜੈਨਰਿਕ ਨੇਮ ਪਹਿਲੇ, ਸਪੀਸ਼ੀਜ਼ ਨੇਮ ਸਪੈਸੀਫਿਕ ਐਪੀਹੈਟ ਜਿਹੜਾ ਉਹ ਬਾਅਦ ਵਿੱਚ ਆਇਆ ਹੈ। 2 ਕੰਪੋਨੈਂਟਸ ਨਾਲ ਮਿਲ ਕੇ ਬਣਦਾ, ਕਈਆਂ ਦੇ ਵਿੱਚ 3 ਹੋ ਸਕਦਾ। ਦੂਸਰਾ ਪੁਆਇੰਟ ਕਿ ਇਹ ਲੈਟਿਨ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ, ਜਿਹੜੀ ਕਿ ਡੈਡ ਲੈਂਗੁਏਜ ਆ ਔਰ ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਟਾਈਮ ਟੂ ਟਾਈਮ ਉਹ ਚੇਂਜ ਨਹੀਂ ਹੁੰਦੀ, ਡੈਡ ਲੈਂਗੁਏਜ ਆ। ਥਰਡ ਹੈ ਕਿ ਜਦੋਂ ਵੀ ਨੋਮਨਕਲੇਚਰ ਕੀਤਾ ਜਾਂਦਾ ਆ ਉਹਦੇ ਵਿੱਚ ਹਮੇਸ਼ਾ ਫਸਟ ਲੈਟਰ ਜੈਨਰਿਕ ਨੇਮ ਦਾ ਫਸਟ ਲੈਟਰ ਕੈਪੀਟਲ ਰੱਖਿਆ ਜਾਂਦਾ ਔਰ ਸਪੀਸ਼ੀਜ਼ ਨੇਮ ਦੇ ਵਿੱਚ ਜਿਹੜਾ ਵੀ ਉਹਦਾ ਵਰਡ ਸਟਾਰਟ ਕੀਤਾ ਜਾਂਦਾ ਉਹ ਹਮੇਸ਼ਾ ਸਮੋਲ ਲੈਟਰ ਤੋਂ ਕੀਤਾ ਜਾਂਦਾ। ਨੈਕਸਟ ਹੈ ਕਿ ਅਗਰ ਤਾਂ ਅਸੀਂ ਪ੍ਰਿੰਟਡ ਫੋਰਮ ਦੇ ਵਿੱਚ ਦੇਖਦੇ ਹੈਗੇ ਹਾਂ ਤਾਂ ਉਹ ਇਟੈਲਿਕ ਫੋਰਮ 'ਚ ਲਿਖਿਆ ਹੁੰਦਾ, ਉਹਦੇ ਨੀਚੇ ਕਦੀ ਵੀ ਅੰਡਰਲਾਈਨ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਪਹਿਲੀ ਇਟੈਲਿਕ ਫੋਰਮ 'ਚ ਲਿਖਿਆ ਹੋਇਆ, ਅੰਡਰਲਾਈਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬਟ ਅਸੀਂ ਅਗਰ ਹੈਂਡ ਰਿਟਨ ਮਤਲਬ ਹੱਥ ਨਾਲ ਲਿਖ ਰਹੇ ਹੈਗੇ ਹਾਂ ਉਹਦੇ ਲਈ ਸਾਨੂੰ ਹਮੇਸ਼ਾ ਨੀਚੇ ਅੰਡਰਲਾਈਨ ਕਰਨਾ ਪੈਂਦਾ ਆ। ਹੋਮੋ ਨੂੰ ਅਲੱਗ ਅੰਡਰਲਾਈਨ ਕਰਨਾ, ਸੇਪੀਅੰਸ ਨੂੰ ਅਲੱਗ। ਇੱਦਾਂ ਵੀ ਨਹੀਂ ਕਿ ਇਹਨਾਂ ਨੂੰ ਇੱਕੋ ਹੀ ਵਾਰ ਅੰਡਰਲਾਈਨ ਕਰ ਦੇਣਾ, ਨਹੀਂ, ਇੱਕੋ ਵਾਰ ਅੰਡਰਲਾਈਨ ਨਹੀਂ ਕਰਨਾ, ਇਹਨਾਂ ਨੂੰ ਅਲੱਗ-ਅਲੱਗ ਅੰਡਰਲਾਈਨ ਕਰਨਾ। ਹੋਮੋ ਨੂੰ ਅਲੱਗ, ਸੇਪੀਅੰਸ ਨੂੰ ਅਲੱਗ, ਮੈਂਗੀਫੇਰਾ ਨੂੰ ਅਲੱਗ ਔਰ ਇੰਡੀਕਾ ਨੂੰ ਅਲੱਗ ਅੰਡਰਲਾਈਨ ਕਰਨਾ। ਇਹ ਕੁਛ ਰੂਲਸ ਹੁੰਦੇ ਆ ਜਿਨ੍ਹਾਂ ਦੇ ਅਕੋਰਡਿੰਗ ਅਸੀਂ ਨੋਮਨਕਲੇਚਰ ਨੂੰ ਲਿਖਦੇ ਹੈਗੇ ਹਾਂ। ਇਸ ਤੋਂ ਇਲਾਵਾ ਕਿ ਕਈ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਈ ਇੱਦਾਂ ਦੇ ਹੁੰਦੇ ਹੈਗੇ ਜਿਨ੍ਹਾਂ ਦੇ ਵਿੱਚ ਸੇਮ ਹੁੰਦੀ ਹੈਗੀ ਆ ਇਹ ਵਾਲੀ ਨੇਮ ਸੇਮ ਹੋ ਜਾਂਦੇ ਹੈਗੇ ਕਈ ਵਾਰ, ਇਸ ਕਰਕੇ ਉਹਨਾਂ ਦੇ ਪਿੱਛੇ
ਨਾਮ ਲਿਖਿਆ ਜਾਂਦਾ ਉਸ ਸਾਇੰਟਿਸਟ ਦਾ ਜਿਹਨੇ ਕਿ ਇਹਦੇ ਬਾਰੇ ਦੱਸਿਆ ਹੁੰਦਾ ਹੈ। ਹੁਣ ਅਗਰ ਮੈਂ ਕੁਛ ਮਤਲਬ ਸੇਮ ਹੋਏ, ਮੰਨ ਲਓ ਮੈਂਗੀਫੇਰਾ ਇੰਡੀਕਾ ਨਾਲ ਰਿਲੇਟਿਡ ਕੁਛ ਹੋਰ ਵੀ ਸੇਮ ਹੈਗਾ ਆ, ਮੈਂਗੀਫੇਰਾ ਇੰਡੀਕਾ ਇੱਦਾਂ ਹੀ ਹੈ ਕੋਈ ਹੋਰ ਔਰਗੈਨਿਜ਼ਮ ਦਾ ਨਾਮ ਰੱਖਣਾ, ਤੇ ਮੈਂ ਇਹਦੇ ਪਿੱਛੇ ਕੀ ਲਗਾ ਦਾਂਗੀ, ਲਿਨ, ਮਤਲਬ ਲੀਨੀਅਸ ਨੇ ਦਿੱਤਾ ਇਹ। ਇਸ ਤਰੀਕੇ ਨਾਲ ਟ੍ਰਾਈਨੋਮੀਅਲ ਨੋਮੈਨਕਲੇਚਰ ਵੀ ਬਣ ਜਾਂਦਾ ਹੈਗਾ। ਠੀਕ ਹੈ, ਸੋ ਇਹੀ ਇਹਦੇ ਵਿੱਚ ਦੱਸਿਆ ਹੋਇਆ ਹੈ। ਸੋ ਰੂਲਸ ਇੱਕ ਵਾਰ ਕਰ ਲੈਂਦੇ ਹੈਗੇ ਆ। ਯੂਨੀਵਰਸਲ ਰੂਲ ਆਫ ਨੋਮੈਨਕਲੇਚਰ। ਫਸਟ ਹੈ, ਨੇਮਸ ਆਰ ਜਨਰਲੀ ਇਨ ਦਾ ਲੈਟਿਨ ਐਂਡ ਰਿਟਨ ਇਨ ਇਟੈਲਿਕਸ। ਬੁੱਕਸ ਦੇ ਵਿੱਚ ਹਮੇਸ਼ਾ ਇਟੈਲਿਕਸ 'ਚ ਲਿਖੀ ਜਾਂਦੀ ਹੈ, ਬਟ ਹੁੰਦੀ ਹੈ ਲੈਟਿਨ ਲੈਂਗੁਏਜ ਆ, ਡੈਡ ਲੈਂਗੁਏਜ ਆ ਜਿਹੜੀ। ਸੈਕਿੰਡ ਰੂਲ ਹੈ ਕਿ ਫਸਟ ਵਰਡ ਜਿਹੜਾ ਹਮੇਸ਼ਾ ਉਹ ਜੀਨਸ ਨੇਮ ਹੁੰਦਾ, ਸੈਕਿੰਡ ਹਮੇਸ਼ਾ ਸਪੈਸੀਫਿਕ ਐਪੀਹਰਟ ਹੁੰਦਾ। ਥਰਡ ਆਪਣਾ ਪੁਆਇੰਟ ਹੈ ਕਿ ਦੋਨੋਂ ਵਰਡਸ ਹਮੇਸ਼ਾ ਹੈਂਡ ਰਿਟਨ ਜਦੋਂ ਵੀ ਲਿਖਦੇ ਆ ਉਹਨਾਂ ਨੂੰ ਸੈਪਰੇਟਲੀ ਅੰਡਰਲਾਈਨ ਕਰਨਾ ਚਾਹੀਦਾ। ਫੋਰਥ ਪੁਆਇੰਟ ਇਹ ਹੈ ਕਿ ਫਸਟ ਵਰਡ ਹਮੇਸ਼ਾ ਜਿਹੜਾ ਹੁੰਦਾ ਜੀਨਸ ਦਾ ਉਹ ਕੈਪੀਟਲ ਲਿਖਿਆ ਜਾਂਦਾ, ਔਰ ਜਿਹੜਾ ਸਪੈਸੀਫਿਕ ਐਪੀਹਰਟ ਆ ਉਹ ਹਮੇਸ਼ਾ ਸਮਾਲ ਲੈਟਰ ਨਾਲ ਅਸੀਂ ਲਿਖਦੇ ਹੈਗੇ। ਐਗਜ਼ਾਮਪਲ ਮੈਂਗੀਫੇਰਾ ਇੰਡੀਕਾ ਹੋ ਗਈ ਮੈਂਗੋ ਦੀ, ਔਰ ਦੂਸਰੀ ਆਪਣੇ ਕੋਲ ਹੋ ਗਈ ਹੋਮੋਸੇਪੀਅੰਸ ਦੀ, ਹਿਊਮਨ ਬੀਇੰਗ ਦੀ ਹੋਮੋਸੇਪੀਅੰਸ। ਸੋ ਇਹ ਸੀ ਕੁਛ ਨੋਮੈਨਕਲੇਚਰ ਨਾਲ ਰਿਲੇਟਿਡ ਗੱਲਾਂ। ਇਸ ਤੋਂ ਪਹਿਲੇ ਕਿ ਆਪਾਂ ਸਟਾਰਟ ਜਦੋਂ ਕੀਤਾ ਸੀ ਉਹਦੇ ਵਿੱਚ ਇਹ ਸਭ ਤੋਂ ਪਹਿਲੇ ਤਾਂ ਇਹ ਪਤਾ ਹੋਣਾ ਜ਼ਰੂਰੀ ਆ ਕਿ ਜਿਹੜੀ ਨੋਮੈਨਕਲੇਚਰ ਦੀ ਗੱਲ ਹੈਗੀ ਆ ਉਹ ਕਿਹਨਾਂ ਨੇ ਦੱਸੀ ਆ। ਕਈ ਵਾਰ ਕੁਐਸਚਨ ਪੁੱਛ ਲੈਂਦੇ ਹੈਗੇ ਆ ਕਿ ਨੋਮੈਨਕਲੇਚਰ ਕਿਹਨੇ ਦੱਸਿਆ ਸੀ। ਕੈਰੋਲਸ ਲੀਨੀਅਸ ਨਾਮ ਦੇ ਸਾਇੰਟਿਸਟ ਨੇ ਸਾਨੂੰ ਨੋਮੈਨਕਲੇਚਰ ਬਾਰੇ ਦੱਸਿਆ ਸੀਗਾ। ਨੋਮੈਨਕਲੇਚਰ ਦੇ ਵਿੱਚ ਸਪੈਸੀਫਿਕ ਐਪੀਹਰਟ ਔਰ ਜੀਨਸ ਨੇਮ ਦੋਨੋਂ ਹੁੰਦੇ ਹੈਗੇ ਆ। ਇਹਨਾਂ ਦੇ ਅਕੋਰਡਿੰਗ ਹੀ ਸਪੀਸ਼ੀਜ਼ ਦੀਆਂ ਅੱਗੇ ਕੈਟਾਗਰੀਜ਼ ਬਣਾਈਆਂ ਜਾਂਦੀਆਂ। ਹੁਣ ਜਿੱਦਾਂ ਕਿ ਸਪੀਸ਼ੀਜ਼ ਤਾਂ ਬਹੁਤ ਸਾਰੀਆਂ, ਅਗਰ ਉਹਨਾਂ ਨੂੰ ਅਸੀਂ ਕੈਟਾਗਰਾਈਜ਼ ਕਰਨਾ ਹੈਗਾ ਆ ਅਤੇ ਉਹਦੇ ਲਈ ਸਾਨੂੰ ਉਹਨਾਂ ਬਾਰੇ ਨੌਲੇਜ ਹੋਣੀ ਚਾਹੀਦੀ ਆ, ਫਿਰ ਹੀ ਅਸੀਂ ਉਹਨਾਂ ਨੂੰ ਅੱਗੇ ਕਲਾਸਿਸ, ਆਰਡਰ, ਫਾਈਲਮ ਵਗੈਰਾ ਦੇ ਵਿੱਚ ਗਰੁੱਪਿੰਗ ਕਰਕੇ ਉਹਨਾਂ ਦੀ ਪ੍ਰੋਪਰ ਦੱਸ ਸਕਦੇ ਹਾਂ ਡਿਟੇਲਸ, ਉਹਨਾਂ ਦੀਆਂ ਸਿਮਿਲੈਰਿਟੀਆਂ ਡਿਫਰੈਂਸ ਦੇ ਬੇਸਿਸ ਦੇ ਉੱਤੇ। ਸੋ ਨੈਕਸਟ ਵੀਡੀਓ ਦੇ ਵਿੱਚ ਇਹਦੇ ਬਾਰੇ ਡਿਟੇਲ ਦੇ ਵਿੱਚ ਕਰਦੇ ਹਾਂ, ਔਰ ਜੀਨਸ ਔਰ ਆਪਣੀ ਸਪੀਸ਼ੀਜ਼ ਵਗੈਰਾ ਬਾਰੇ ਅੱਗੇ ਐਗਜ਼ਾਮਪਲ ਦੇ ਨਾਲ ਸਟੱਡੀ ਕਰਦੇ ਹੈਗੇ ਹਾਂ। ਸੋ ਥੈਂਕਸ ਫॉर ਵਾਚਿੰਗ द वीडियो।